ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਸਿੱਖ ਸਾਖੀ ਨੈਟਵਰਕਸ। ਸੰਗਤ ਜੀ, ਪ੍ਰਭੂ 'ਤੇ ਸੱਚੀ ਸ਼ਰਧਾ ਅਤੇ ਸੱਚਾ ਵਿਸ਼ਵਾਸ ਕਈ ਵਾਰ ਅਜਿਹਾ ਰੰਗ ਲਿਆਉਂਦਾ ਹੈ ਕਿ ਸਾਡਾ ਆਪਣਾ ਅਤੇ ਆਪਣੇ ਪਰਿਵਾਰ ਦਾ ਪੂਰਾ ਜੀਵਨ ਹੀ ਬਦਲ ਦਿੰਦਾ ਹੈ। ਗੁਰੂ ਕੇਵਲ ਆਪਣੇ ਸਿੱਖ ਉੱਪਰ ਨਹੀਂ, ਸਗੋਂ ਉਸ ਦੀਆਂ ਕੁੱਲਾਂ ਉੱਪਰ ਵੀ ਮਿਹਰ ਕਰਦੇ ਹਨ ਅਤੇ ਉਸ ਦੀਆਂ ਕੁੱਲਾਂ ਦਾ ਵੀ ਉਧਾਰ ਕਰ ਦਿੰਦੇ ਹਨ। ਇਸੇ ਤਰ੍ਹਾਂ ਜੇਕਰ ਇੱਕ ਇਸਤਰੀ ਚਾਹੇ ਤਾਂ ਉਹ ਆਪਣੇ ਪੂਰੇ ਪਰਿਵਾਰ ਨੂੰ ਗੁਰੂ ਵਾਲਾ ਬਣਾ ਸਕਦੀ ਹੈ। ਆਪਣੇ ਪੂਰੇ ਪਰਿਵਾਰ ਵਿੱਚ ਬਾਣੀ ਅਤੇ ਗੁਰੂ ਪ੍ਰਤੀ ਪ੍ਰੇਮ ਪੈਦਾ ਕਰ ਸਕਦੀ ਹੈ। ਇਸੇ ਤੱਥ ਨੂੰ ਸਿੱਧ ਕਰਦੀ ਇੱਕ ਸਾਖੀ ਬੜੀ ਹੀ ਸ਼ਰਧਾ ਨਾਲ ਸਰਵਣ ਕਰੋ ਜੀ। ਪੰਜਾਬ ਦੇ ਪੱਟੀ ਨਗਰ ਵਿੱਚ ਇੱਕ ਜਗੀਰਦਾਰ ਦੁਨੀ ਚੰਦ ਰਹਿੰਦਾ ਸੀ। ਜਗੀਰਦਾਰ ਦੁਨੀ ਚੰਦ ਨੂੰ ਰੱਬ ਉੱਪਰ ਯਕੀਨ ਸੀ। ਉਹ ਭਜਨ ਅਤੇ ਹਵਨ ਕਰਿਆ ਕਰਦਾ ਸੀ। ਉਹ ਧਰਮ ਕਰਮ ਦੇ ਕੰਮ ਵੀ ਕਰਦਾ ਸੀ। ਜਗੀਰਦਾਰ ਦੇ ਘਰ ਪੁੱਤਰੀ ਦਾ ਜਨਮ ਹੋਇਆ ਤਾਂ ਉਸ ਦੇ ਮਨ ਅੰਦਰ ਇੱਕ ਪੁੱਤਰ ਦੀ ਵੀ ਇੱਛਾ ਪੈਦਾ ਹੋਈ। ਉਹ ਚਾਹੁੰਦਾ ਸੀ ਕਿ ਉਸ ਦੇ ਘਰ ਇੱਕ ਪੁੱਤਰ ਪੈਦਾ ਹੋਵੇ, ਜਿਸ ਕਾਰਨ ਉਸ ਨੇ ਪੁੱਤਰ ਦੀ ਪ੍ਰਾਪਤੀ ਲਈ ਕਈ ਧਰਮ ਕਰਮ ਕੀਤੇ, ਪਰੰਤੂ ਵਾਰੋ ਵਾਰ ਉਸ ਦੇ ਘਰ ਵਿੱਚ 5 ਪੁੱਤਰੀਆਂ ਨੇ ਜਨਮ ਲਿਆ ਅਤੇ ਉਸ ਦੇ ਘਰ ਕਿਸੇ ਵੀ ਪੁੱਤਰ ਦਾ ਜਨਮ ਨਾ ਹੋਇਆ। ਇਹ ਵੇਖ ਕੇ ਜਗੀਰਦਾਰ ਦਾ ਗੁਰੂ ਉੱਪਰੋਂ ਵਿਸ਼ਵਾਸ ਉੱਠ ਗਿਆ। ਉਹ ਰੱਬ ਨੂੰ ਮੰਨਣ ਤੋਂ ਇਨਕਾਰੀ ਹੋ ਗਿਆ। ਉਹ ਨਾਸਤਿਕ ਹੋ ਗਿਆ। ਉਹ ਸੋਚਣ ਲੱਗਾ ਕਿ ਰੱਬ ਦੁਨੀਆ ਵਿੱਚ ਹੈ ਹੀ ਨਹੀਂ। ਜੇਕਰ ਕਿਤੇ ਰੱਬ ਹੁੰਦਾ ਤਾਂ ਉਸ ਦੀ ਸੇਵਾ ਅਤੇ ਉਸ ਦਾ ਧਰਮ ਕਰਮ ਜ਼ਰੂਰ ਪ੍ਰਵਾਨ ਕਰਦਾ, ਪਰੰਤੂ ਉਸ ਦੇ ਘਰ 5 ਧੀਆਂ ਦਾ ਹੀ ਜਨਮ ਹੋਇਆ ਹੈ। ਇਸ ਦਾ ਮਤਲਬ ਕਿ ਰੱਬ ਕਿਤੇ ਵੀ ਨਹੀਂ ਹੈ। ਸਮੇਂ ਅਨੁਸਾਰ ਜਗੀਰਦਾਰ ਆਪਣੀਆਂ ਧੀਆਂ ਦੀ ਪਰਵਰਿਸ਼ ਕਰਨ ਲੱਗਾ ਅਤੇ ਸਮੇਂ-ਸਮੇਂ 'ਤੇ ਉਸਨੇ ਆਪਣੀਆਂ 4 ਧੀਆਂ ਦਾ ਵਿਆਹ ਬੜੇ ਹੀ ਸੁਚੱਜੇ ਢੰਗ ਨਾਲ ਕਰ ਦਿੱਤਾ। ਉਸ ਦੀ 5ਵੀਂ ਧੀ ਬੀਬੀ ਰਜਨੀ ਸੀ। ਬੀਬੀ ਰਜਨੀ ਗੁਰੂ ਦੇ ਸ਼ਰਧਾ ਰੱਖਦੀ ਸੀ ਅਤੇ ਗੁਰੂ ਦਾ ਨਾਮ ਜਪਦੀ ਸੀ, ਬਾਣੀ ਪੜ੍ਹਦੀ ਸੀ ਅਤੇ ਸੰਗਤ ਵੀ ਕਰਿਆ ਕਰਦੀ ਸੀ। ਬੀਬੀ ਰਜਨੀ ਨੂੰ ਗੁਰੂ ਉੱਪਰ ਪੂਰਨ ਸ਼ਰਧਾ ਅਤੇ ਪੂਰਨ ਵਿਸ਼ਵਾਸ ਸੀ, ਪਰੰਤੂ ਜਗੀਰਦਾਰ ਦੀਆਂ ਪਹਿਲੀਆਂ 4 ਧੀਆਂ ਨੂੰ ਗੁਰੂ ਉੱਪਰ ਵਿਸ਼ਵਾਸ ਨਹੀਂ ਸੀ। ਉਹ ਆਪਣੇ ਪਿਤਾ ਨੂੰ ਹੀ ਸਭ ਕੁਝ ਮੰਨਦੀਆਂ ਸਨ। ਉਹ ਜਦੋਂ ਵੀ ਆਪਣੇ ਪਿਤਾ ਦੇ ਘਰ ਆਉਂਦੀਆਂ ਤਾਂ ਅਕਸਰ ਇਹੀ ਗੱਲਾਂ ਕਰਿਆ ਕਰਦੀਆਂ ਸਨ ਕਿ ਉਸ ਦੇ ਪਿਤਾ ਨੇ ਉਹਨਾਂ ਦੀ ਬੜੀ ਹੀ ਚੰਗੀ ਪਰਵਰਿਸ਼ ਕੀਤੀ ਹੈ ਅਤੇ ਉਹਨਾਂ ਦੇ ਵਿਆਹ ਵੀ ਬੜੇ ਹੀ ਸੁਚੱਜੇ ਢੰਗ ਨਾਲ ਕੀਤੇ ਹਨ। ਉਹਨਾਂ ਨੂੰ ਸੁੱਖ ਆਰਾਮ ਦੀਆਂ ਸਾਰੀਆਂ ਵਸਤੂਆਂ ਦਿੱਤੀਆਂ ਹਨ, ਪਰੰਤੂ ਬੀਬੀ ਰਜਨੀ ਜੀ ਅਜਿਹਾ ਨਹੀਂ ਮੰਨਦੇ ਸਨ। ਉਹ ਅਕਸਰ ਹੀ ਕਿਹਾ ਕਰਦੇ ਸਨ ਕਿ ਪਿਤਾ ਜੀ ਨੇ ਕੁਝ ਨਹੀਂ ਕੀਤਾ, ਕਰਨ ਕਰਾਉਣ ਵਾਲਾ ਤਾਂ ਪ੍ਰਭੂ ਪਰਮਾਤਮਾ ਹੈ। ਪਿਤਾ ਜੀ ਤਾਂ ਸਿਰਫ ਇੱਕ ਸਾਧਨ ਮਾਤਰ ਹਨ। ਜੋ ਵੀ ਦਿੰਦਾ ਹੈ ਸਾਡੇ ਜੀਵਨ ਵਿੱਚ ਸੁੱਖ ਸਹੂਲਤਾਂ ਜਾਂ ਸੁੱਖ ਆਰਾਮ, ਸਿਰਫ ਤੇ ਸਿਰਫ ਪ੍ਰਭੂ ਹੀ ਦਿੰਦਾ ਹੈ। ਪਿਤਾ ਜੀ ਉਸ ਪ੍ਰਭੂ ਦੇ ਇੱਕ ਸਾਧਨ ਦੇ ਰੂਪ ਵਿੱਚ ਕੰਮ ਕਰਦੇ ਹਨ। ਇਹ ਸੁਣ ਕੇ ਚੌਧਰੀ ਨੂੰ ਬੜਾ ਕ੍ਰੋਧ ਆਉਂਦਾ ਅਤੇ ਉਹ ਬੀਬੀ ਰਜਨੀ ਨੂੰ ਅਪਸ਼ਬਦ ਕਹਿੰਦਾ ਅਤੇ ਕਹਿੰਦਾ ਕਿ ਮੈਂ ਤੈਨੂੰ ਪੁੱਤਰਾਂ ਵਾਂਗ ਪਾਲਿਆ ਹੈ, ਤੇਰੇ ਸੁੱਖ ਆਰਾਮ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ, ਪਰ ਤੂੰ ਹੁਣ ਨਮਕ ਹਰਾਮੀ ਕਰ ਰਹੀ ਹੈ। ਮੇਰਾ ਖਾ ਕੇ ਤੂੰ ਗੁਰੂ ਦੀ ਸਿਫਤ ਕਰ ਰਹੀ ਹੈ। ਗੁਰੂ ਕਿੱਥੇ ਹੈ? ਗੁਰੂ ਕਿਤੇ ਵੀ ਨਹੀਂ। ਜੇਕਰ ਕਿਤੇ ਹੁੰਦਾ ਤਾਂ ਮੈਨੂੰ ਇੱਕ ਪੁੱਤਰ ਦੀ ਦਾਤ ਜ਼ਰੂਰ ਪ੍ਰਾਪਤ ਹੁੰਦੀ। ਪਰੰਤੂ ਬੀਬੀ ਰਜਨੀ ਜੀ ਆਪਣੇ ਪਿਤਾ ਦੀਆਂ ਗੱਲਾਂ ਸੁਣ ਕੇ ਅਡੋਲ ਰਹਿੰਦੇ ਅਤੇ ਆਖਦੇ ਕਿ ਪਿਤਾ ਜੀ ਗੁਰੂ ਹੈ ਅਤੇ ਗੁਰੂ ਹੀ ਸਭ ਕੁਝ ਸਭ ਨੂੰ ਦਿੰਦਾ ਹੈ। ਇਹ ਗੱਲ ਸੁਣ ਕੇ ਚੌਧਰੀ ਨੂੰ ਹੋਰ ਵੀ ਜ਼ਿਆਦਾ ਕ੍ਰੋਧ ਆ ਗਿਆ ਅਤੇ ਉਹ ਆਖਣ ਲੱਗਾ ਕਿ ਜੇਕਰ ਤੇਰਾ ਗੁਰੂ ਹੈ ਤਾਂ ਸਿੱਧ ਕਰਕੇ ਵਿਖਾਵੇ। ਕੁਝ ਕੁ ਹੀ ਦਿਨ ਬੀਤੇ ਸਨ ਕਿ ਚੌਧਰੀ ਨੇ ਬੀਬੀ ਰਜਨੀ ਜੀ ਦਾ ਵਿਆਹ ਇੱਕ ਕੋੜੀ ਵਿਅਕਤੀ ਨਾਲ ਨਿਯਤ ਕਰ ਦਿੱਤਾ ਅਤੇ ਉਹਨਾਂ ਨੇ ਘਰ ਆ ਕੇ ਬੀਬੀ ਰਜਨੀ ਜੀ ਨੂੰ ਦੱਸਿਆ ਕਿ ਜੇਕਰ ਤੇਰਾ ਰੱਬ ਹੈ ਤਾਂ ਤੈਨੂੰ ਸੁੱਖ ਆਪਣੇ ਆਪ ਦੇ ਦੇਵੇਗਾ। ਮੈਂ ਤਾਂ ਤੇਰਾ ਵਿਆਹ ਇੱਕ ਕੋੜੀ ਵਿਅਕਤੀ ਨਾਲ ਨਿਯਤ ਕਰਕੇ ਆਇਆ ਹਾਂ। ਬੀਬੀ ਰਜਨੀ ਜੀ ਨੇ ਕੁਝ ਨਹੀਂ ਆਖਿਆ ਅਤੇ ਉਹਨਾਂ ਨੇ ਪਿਤਾ ਜੀ ਦਾ ਹੁਕਮ ਸਿਰ ਮੱਥੇ 'ਤੇ ਮੰਨਿਆ ਅਤੇ ਉਹਨਾਂ ਨੂੰ ਆਖਣ ਲੱਗੇ ਕਿ ਜੇਕਰ ਮੇਰੇ ਰੱਬ ਨੂੰ ਮੇਰੀ ਜ਼ਿੰਦਗੀ ਵਿੱਚ ਇਹੀ ਮਨਜ਼ੂਰ ਹੋਏਗਾ ਤਾਂ ਮੈਂ ਇਸ ਨੂੰ ਹੱਸ ਕੇ ਹੰਡਾਉਣ ਲਈ ਤਿਆਰ ਹਾਂ। ਪਿਤਾ ਜੀ ਨੂੰ ਇਹ ਸੁਣ ਕੇ ਹੋਰ ਵੀ ਕ੍ਰੋਧ ਆ ਗਿਆ ਅਤੇ ਉਹਨਾਂ ਨੇ ਬੀਬੀ ਰਜਨੀ ਜੀ ਦਾ ਵਿਆਹ ਤੁਰੰਤ ਹੀ ਕਰ ਦਿੱਤਾ। ਵਿਆਹ ਉਪਰੰਤ ਵੀ
ਜਗੀਰਦਾਰ ਨੇ ਬੀਬੀ ਰਜਨੀ ਜੀ ਨੂੰ ਕੁਝ ਨਹੀਂ ਦਿੱਤਾ, ਸਗੋਂ ਵਿਆਹ ਕਰਕੇ ਇਸੇ ਤਰ੍ਹਾਂ ਹੀ ਖਾਲੀ ਹੱਥ ਘਰੋਂ ਕੱਢ ਦਿੱਤਾ। ਬੀਬੀ ਰਜਨੀ ਜੀ ਆਪਣੇ ਪਤੀ ਨੂੰ ਨਾਲ ਲੈ ਕੇ ਨਗਰ ਨਗਰ ਵਿੱਚ ਘੁੰਮਣ ਲੱਗੇ ਅਤੇ ਭਿਕਸ਼ਾ ਮੰਗ ਕੇ ਆਪਣਾ ਗੁਜ਼ਾਰਾ ਕਰਨ ਲੱਗੇ। ਬੀਬੀ ਰਜਨੀ ਜੀ ਹਰੇਕ ਪਿੰਡ ਵਿੱਚ ਜਾਂਦੇ ਅਤੇ ਉੱਥੋਂ ਹੀ ਦਾਣਾ ਪਾਣੀ ਲੈ ਕੇ ਆਪਣਾ ਗੁਜ਼ਰ ਬਸਰ ਕਰਨ ਲੱਗੇ। ਇਸੇ ਤਰ੍ਹਾਂ ਹੀ ਘੁੰਮਦੇ ਘੁੰਮਦੇ ਬੀਬੀ ਰਜਨੀ ਜੀ ਇੱਕ ਦਿਨ ਅੰਮ੍ਰਿਤਸਰ ਸਾਹਿਬ ਪਹੁੰਚੇ। ਅੰਮ੍ਰਿਤਸਰ ਵਿੱਚ ਉਸ ਸਮੇਂ ਸਰੋਵਰ ਦਾ ਨਿਰਮਾਣ ਕਾਰਜ ਚੱਲ ਰਿਹਾ ਸੀ। ਬੀਬੀ ਜੀ ਨੇ ਆਪਣੇ ਪਤੀ ਨੂੰ ਸਰੋਵਰ ਦੇ ਕੰਢੇ ਉੱਪਰ ਹੀ ਇੱਕ ਦਰਖਤ ਦੇ ਹੇਠਾਂ ਬਿਠਾ ਦਿੱਤਾ ਅਤੇ ਆਪ ਨਗਰ ਦੇ ਅੰਦਰ ਭਿਕਸ਼ਾ ਲੈਣ ਵਾਸਤੇ ਚਲੇ ਗਏ। ਬੀਬੀ ਰਜਨੀ ਦੇ ਪਤੀ ਨੇ ਦਰਖਤ ਹੇਠਾਂ ਬੈਠੇ ਬੈਠੇ ਨੇ ਵੇਖਿਆ ਕਿ ਕੁਝ ਕਾਲੇ ਕਾਂ ਸਰੋਵਰ ਵਿੱਚ ਚੁੱਭੀ ਲਗਾ ਰਹੇ ਹਨ ਅਤੇ ਚੁੱਭੀ ਲਗਾਉਣ ਤੋਂ ਬਾਅਦ ਹੰਸ ਰੂਪੀ ਸਫੇਦ ਹੋ ਕੇ ਬਾਹਰ ਨਿਕਲ ਰਹੇ ਹਨ। ਉਸਨੇ ਕਈ ਪੰਛੀਆਂ ਨੂੰ ਅਜਿਹਾ ਕਰਦੇ ਵੇਖਿਆ ਅਤੇ ਸਾਰੇ ਪੰਛੀ ਕਾਲੇ ਚੁੱਭੀ ਲਗਾਉਂਦੇ ਅਤੇ ਜਦੋਂ ਬਾਹਰ ਨਿਕਲਦੇ ਤਾਂ ਚਿੱਟੇ ਹੰਸ ਦੇ ਰੂਪ ਵਿੱਚ ਨਿਕਲਦੇ। ਇਹ ਵੇਖ ਕੇ ਬੀਬੀ ਰਜਨੀ ਦੇ ਪਤੀ ਦੇ ਮਨ ਅੰਦਰ ਵੀ ਇੱਕ ਖਿਆਲ ਆਇਆ ਕਿ ਕਿਉਂ ਨਾ ਉਹ ਵੀ ਇਸ ਸਰੋਵਰ ਵਿੱਚ ਚੁੱਭੀ ਲਗਾ ਕੇ ਵੇਖੇ, ਹੋ ਸਕਦਾ ਹੈ ਕਿ ਉਸ ਦਾ ਵੀ ਕੋੜ ਖਤਮ ਹੋ ਜਾਵੇ। ਇਹ ਸੋਚ ਕੇ ਉਸਨੇ ਇੱਕ ਹੱਥ ਨਾਲ ਦਰਖਤ ਦੀ ਟਾਹਣੀ ਨੂੰ ਫੜਿਆ ਅਤੇ ਸਰੋਵਰ ਵਿੱਚ ਚੁੱਭੀ ਲਗਾ ਦਿੱਤੀ। ਚੁੱਭੀ ਲਗਾਉਂਦੇ ਸਾਰ ਹੀ ਉਸ ਦੇ ਸਰੀਰ ਦਾ ਸਾਰਾ ਕੋੜ ਠੀਕ ਹੋ ਗਿਆ ਅਤੇ ਉਸ ਦਾ ਪੂਰਾ ਸਰੀਰ ਕੰਚਨ ਵਰਗਾ ਹੋ ਗਿਆ। ਜਦੋਂ ਹੀ ਬੀਬੀ ਰਜਨੀ ਜੀ ਵਾਪਸ ਆਏ ਤਾਂ ਉਹਨਾਂ ਵੇਖਿਆ ਕਿ ਉਹਨਾਂ ਦਾ ਪਤੀ ਉੱਥੇ ਨਹੀਂ ਹੈ, ਕਿ ਉੱਥੇ ਤਾਂ ਇੱਕ ਸੋਹਣਾ ਸੁਨੱਖਾ ਨੌਜਵਾਨ ਖੜਾ ਹੈ। ਬੀਬੀ ਜੀ ਨੇ ਆਖਿਆ ਕਿ ਇੱਥੇ ਮੇਰਾ ਪਤੀ ਬੈਠਾ ਸੀ, ਕਿ ਤੁਸੀਂ ਉਹਨਾਂ ਨੂੰ ਵੇਖਿਆ ਹੈ? ਤਾਂ ਨੌਜਵਾਨ ਨੇ ਕਿਹਾ ਕਿ ਮੈਂ ਹੀ ਤੁਹਾਡਾ ਪਤੀ ਹਾਂ। ਇਹ ਗੱਲ ਸੁਣ ਕੇ ਬੀਬੀ ਜੀ ਬੜੇ ਕ੍ਰੋਧ ਵਿੱਚ ਆਏ ਅਤੇ ਆਖਣ ਲੱਗੇ ਕਿ ਤੁਸੀਂ ਮੇਰੇ ਪਤੀ ਨੂੰ ਕਿੱਥੇ ਲੁਕੋਇਆ ਹੈ? ਕਿਰਪਾ ਕਰਕੇ ਮੈਨੂੰ ਮੇਰਾ ਪਤੀ ਵਾਪਸ ਕਰ ਦਿਓ। ਪਰੰਤੂ ਉਸ ਵਿਅਕਤੀ ਨੇ ਫਿਰ ਦੁਬਾਰਾ ਇਹੀ ਆਖਿਆ ਕਿ ਬੀਬੀ ਰਜਨੀ, ਮੈਂ ਹੀ ਤੇਰਾ ਪਤੀ ਹਾਂ। ਪਰੰਤੂ ਬੀਬੀ ਰਜਨੀ ਜੀ ਨਹੀਂ ਮੰਨੇ। ਉਹਨਾਂ ਆਖਿਆ ਕਿ ਮੇਰਾ ਪਤੀ ਤਾਂ ਕੋੜੀ ਸੀ ਅਤੇ ਉਹੀ ਮੇਰਾ ਪਤੀ ਹੈ, ਮੈਂ ਕਿਸੇ ਹੋਰ ਨੂੰ ਆਪਣਾ ਪਤੀ ਸਵੀਕਾਰ ਨਹੀਂ ਕਰਾਂਗੀ। ਤੁਸੀਂ ਮੇਰੇ ਪਤੀ ਨੂੰ ਕਿੱਥੇ ਲੁਕੋਇਆ ਹੈ? ਮੈਨੂੰ ਤੁਰੰਤ ਹੀ ਦੱਸ ਦਿਓ। ਇਹ ਰੌਲਾ ਸੁਣ ਕੇ ਆਸੇ-ਪਾਸੇ ਦੇ ਲੋਕ ਵੀ ਇਕੱਠੇ ਹੋਣ ਲੱਗੇ ਅਤੇ ਲੋਕਾਂ ਨੇ ਸਾਰੀ ਵਾਰਤਾ ਸੁਣੀ ਅਤੇ ਕਹਿਣ ਲੱਗੇ ਕਿ ਤੁਹਾਡਾ ਮਸਲਾ ਬਹੁਤ ਗੰਭੀਰ ਹੈ, ਇਸ ਨੂੰ ਤਾਂ ਕੇਵਲ ਬਾਬਾ ਬੁੱਢਾ ਜੀ ਹੀ ਹੱਲ ਕਰ ਸਕਦੇ ਹਨ। ਸਾਰੇ ਲੋਕ ਉਹਨਾਂ ਦੋਵਾਂ ਨੂੰ ਲੈ ਕੇ ਬਾਬਾ ਬੁੱਢਾ ਜੀ ਕੋਲ ਚਲੇ ਗਏ ਅਤੇ ਬਾਬਾ ਬੁੱਢਾ ਜੀ ਨੂੰ ਜਾ ਕੇ ਸਾਰੀ ਵਾਰਤਾ ਸੁਣਾਈ। ਬਾਬਾ ਬੁੱਢਾ ਜੀ ਨੇ ਦੋਵਾਂ ਦੀ ਹੀ ਗੱਲਬਾਤ ਸੁਣੀ ਅਤੇ ਉਸ ਨੌਜਵਾਨ ਨੂੰ ਆਖਣ ਲੱਗੇ ਕਿ ਭਾਈ, ਤੇਰੇ ਸਰੀਰ 'ਤੇ ਵੇਖ, ਕਿਤੇ ਕੋੜ ਦੇ ਨਿਸ਼ਾਨ ਤਾਂ ਨਹੀਂ ਹੈ? ਤਾਂ ਉਸ ਨੌਜਵਾਨ ਨੇ ਆਖਿਆ ਕਿ ਬਾਬਾ ਜੀ, ਮੇਰੇ ਹੱਥ ਉੱਪਰ ਕੋੜ ਦੇ ਨਿਸ਼ਾਨ ਹਨ, ਕਿਉਂਕਿ ਮੈਂ ਇਸ ਹੱਥ ਨਾਲ ਦਰਖਤ ਦੀ ਟਾਹਣੀ ਫੜੀ ਸੀ ਅਤੇ ਇਹ ਹੱਥ ਸਰੋਵਰ ਵਿੱਚ ਨਹੀਂ ਜਾ ਸਕਿਆ ਸੀ। ਤਾਂ ਬਾਬਾ ਬੁੱਢਾ ਜੀ ਉਹਨਾਂ ਦੋਵਾਂ ਨੂੰ ਲੈ ਕੇ ਸਰੋਵਰ ਦੇ ਕੰਢੇ 'ਤੇ ਚਲੇ ਗਏ ਅਤੇ ਉਸ ਨੌਜਵਾਨ ਨੂੰ ਆਖਣ ਲੱਗੇ ਕਿ ਭਾਈ, ਆਪਣਾ ਕੋੜ ਵਾਲਾ ਹੱਥ ਸਰੋਵਰ ਵਿੱਚ ਪਾਓ। ਜਿਵੇਂ ਹੀ ਉਸ ਨੌਜਵਾਨ ਨੇ ਆਪਣੇ ਹੱਥ ਨੂੰ ਸਰੋਵਰ ਵਿੱਚ ਪਾਇਆ ਤਾਂ ਉਸ ਦਾ ਉਹ ਹੱਥ ਵੀ ਬਿਲਕੁਲ ਠੀਕ ਹੋ ਗਿਆ। ਉਸ ਹੱਥ ਤੋਂ ਵੀ ਕੋੜ ਦੇ ਸਾਰੇ ਨਿਸ਼ਾਨ ਖਤਮ ਹੋ ਗਏ। ਇਹ ਵੇਖ ਕੇ ਬੀਬੀ ਰਜਨੀ ਜੀ ਦੇ ਮਨ ਨੂੰ ਹੌਸਲਾ ਹੋਇਆ ਅਤੇ ਉਹਨਾਂ ਨੂੰ ਯਕੀਨ ਆ ਗਿਆ ਕਿ ਉਹ ਨੌਜਵਾਨ ਹੀ ਉਹਨਾਂ ਦਾ ਪਤੀ ਹੈ। ਬਾਬਾ ਬੁੱਢਾ ਜੀ ਨੇ ਦੋਵਾਂ ਨੂੰ ਹੀ ਆਖਿਆ ਕਿ ਬੀਬੀ ਜੀ, ਇਹੀ ਤੁਹਾਡਾ ਪਤੀ ਹੈ। ਤੁਹਾਡੇ 'ਤੇ ਗੁਰੂ ਨੇ ਮਿਹਰ ਕੀਤੀ ਹੈ, ਤੁਹਾਡੇ ਯਕੀਨ ਨੂੰ ਗੁਰੂ ਨੇ ਫੜ ਲਾਇਆ ਹੈ। ਤੁਹਾਨੂੰ ਪੂਰਨ ਭਰੋਸਾ ਸੀ ਕਿ ਗੁਰੂ ਤੁਹਾਡੀ ਜ਼ਿੰਦਗੀ ਵਿੱਚ ਸੁੱਖ ਦੇਵੇਗਾ। ਇਸੇ ਕਾਰਨ ਹੀ ਗੁਰੂ ਨੇ ਤੁਹਾਡੇ ਪਤੀ ਨੂੰ ਠੀਕ ਕੀਤਾ ਹੈ। ਇਹ ਕੇਵਲ ਤੇ ਕੇਵਲ ਤੁਹਾਡੇ ਪੂਰਨ ਵਿਸ਼ਵਾਸ ਅਤੇ ਅਟੋਲ ਸ਼ਰਧਾ ਦਾ ਹੀ ਨਤੀਜਾ ਹੈ। ਇਹ ਸੁਣ ਕੇ ਬੀਬੀ ਜੀ ਨੇ ਬਾਬਾ ਬੁੱਢਾ ਜੀ ਨੂੰ ਨਤਮਸਤਕ ਹੋਏ ਅਤੇ ਆਪਣਾ ਜੀਵਨ ਖੁਸ਼ੀ-ਖੁਸ਼ੀ ਬਤੀਤ ਕਰਨ ਲੱਗੇ। ਤਾਂ ਸੰਗਤ ਜੀ, ਉਹ ਸਥਾਨ ਅੱਜ ਦੁੱਖ ਭੰਜਨੀ ਬੇਰੀ ਸਾਹਿਬ ਜੀ ਦੇ ਨਾਮ ਨਾਲ ਪ੍ਰਸਿੱਧ ਹੈ ਅਤੇ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਸੁਸ਼ੋਭਿਤ ਹੈ। ਅਤੇ ਸੰਗਤ ਜੀ, ਉਸ ਸਥਾਨ 'ਤੇ ਅੱਜ ਵੀ ਜੇਕਰ ਕੋਈ ਰੋਗੀ ਸ਼ਰਧਾ ਨਾਲ ਸਰੋਵਰ ਵਿੱਚ ਇਸ਼ਨਾਨ ਕਰਦਾ ਹੈ
ਤਾਂ ਉਸ ਦੇ ਸਾਰੇ ਹੀ ਸਰੀਰਕ ਰੋਗ ਕੱਟੇ ਜਾਂਦੇ ਹਨ। ਉਸ ਦਾ ਸਰੀਰ ਪੂਰਨ ਰੂਪ ਵਿੱਚ ਤੰਦਰੁਸਤ ਹੋ ਜਾਂਦਾ ਹੈ। ਸੰਗਤ ਜੀ, ਗੱਲ ਸਾਰੀ ਸ਼ਰਧਾ ਦੀ ਹੈ। ਜੇਕਰ ਅਸੀਂ ਪੂਰਨ ਸ਼ਰਧਾ ਅਤੇ ਪੂਰਨ ਵਿਸ਼ਵਾਸ ਨਾਲ ਗੁਰੂ ਜੀ ਦੇ ਬਚਨਾਂ ਨੂੰ ਮੰਨਾਂਗੇ ਤਾਂ ਗੁਰੂ ਜੀ ਸਾਡੇ ਸਾਰੇ ਦੁੱਖ ਕੱਟਣ ਵਿੱਚ ਸਮਰੱਥ ਹਨ। ਸੰਗਤ ਜੀ, ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਦਾ ਹੈ ਤਾਂ ਸਾਡੀ ਇਸ ਵੀਡੀਓ ਨੂੰ ਲਾਈਕ ਕਰੋ ਅਤੇ ਅਗਾਂਹ ਵੀ ਹੋਰ ਸੰਗਤਾਂ ਨਾਲ ਸ਼ੇਅਰ ਕਰੋ ਅਤੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤਾਂ ਜੋ ਅਸੀਂ ਇਸੇ ਤਰ੍ਹਾਂ ਹੀ ਤੁਹਾਡੇ ਵਾਸਤੇ ਹੋਰ ਸਿੱਖ ਇਤਿਹਾਸ ਦੀਆਂ ਸਾਖੀਆਂ ਲੈ ਕੇ ਆ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।